ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਜੀ ਆਇਆਂ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲਬਾਤ ਕਰਾਂਗੇ ਬੈਕ ਟੂ ਬੇਸਿਕਸ, ਜੋ ਕਿ ਲਾਸਟ ਐਪੀਸੋਡ ਦੇ ਵਿੱਚ ਤੁਹਾਡਾ ਕਾਫੀ ਭਰਮਾ ਹੁੰਗਾਰਾ ਆਇਆ, ਤੁਹਾਡੀਆਂ ਕਾਲ ਦੇ ਨਾਲ ਟੈਕਸਟ ਮੈਸੇਜ ਆਏ, ਜੋ ਕਿ ਆਪਾਂ ਲਾਸਟ ਐਪੀਸੋਡ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਸੀ ਕੱਚੇ ਭਾਂਡਿਆਂ ਦੀਆਂ। ਕੱਚੇ ਜੋ ਕਿ ਘੜੇ ਸੀ ਜਾਂ ਕੱਚੇ ਬਰਤਨ ਸੀ, ਉਹਨਾਂ ਦੇ ਸਾਨੂੰ ਕੀ ਲਾਭ ਨੇ। ਅੱਜ ਉਸ ਐਪੀਸੋਡ ਨੂੰ ਆਪਾਂ ਕੰਟੀਨਿਊ ਰੱਖਾਂਗੇ। ਅੱਜ ਆਪਣੇ ਸਟੂਡੀਓ ਦੇ ਪਹੁੰਚੇ ਨੇ ਸੁਖਦੇਵ ਥਾਪਰ ਜੀ, ਹਕੀਕਤ ਰੇਡੀਓ ਤੋਂ ਪ੍ਰੋਡਿਊਸਰ ਡਾਇਰੈਕਟਰ। ਥਾਪਰ ਸਾਹਿਬ ਜੀ ਆਇਆਂ, ਵੈਲਕਮ। ਟੈਲੀਵਿਜ਼ਨ ਕਾਫਲਾ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਸੁਖਦੇਵ ਥਾਪਰ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਧੰਨਵਾਦ ਕੁਲਦੀਪ ਸਾਹਿਬ ਜੀ। ਥਾਪਰ ਸਾਹਿਬ ਥੈਂਕ ਯੂ ਵੀਰ ਜੀ, ਕਿਉਂਕਿ ਜੋ ਲਾਸਟ ਆਪਾਂ ਐਪੀਸੋਡ ਦੇ ਵਿੱਚ, ਜੋ ਕਿ ਪਹਿਲਾ ਐਪੀਸੋਡ ਸੀਗਾ ਆਪਣਾ, ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਭਰਮਾ ਹੁੰਗਾਰਾ ਆਇਆ। ਸਟੂਡੀਓ ਦੇ ਵਿੱਚ ਕਾਲ ਆਈ, ਸੈੱਲ ਫੋਨ ਦੇ ਉੱਤੇ ਤੁਹਾਨੂੰ ਵੀ ਜ਼ਰੂਰ ਕਾਲਾਂ ਆਈਆਂ ਨੇ, ਕਿਉਂਕਿ ਜਿਹੜਾ ਸਾਡਾ ਸੱਭਿਆਚਾਰ, ਸਾਡਾ ਜਿਹੜਾ ਕਲਚਰ ਹੈਗਾ ਸੀਗਾ, ਪੁਰਾਣੇ ਬਜ਼ੁਰਗ, ਪੁਰਾਣਾ ਇਤਿਹਾਸ ਸੀਗਾ। ਉਦੋਂ ਨਾ ਤਾਂ ਮੈਟਲ ਦੇ, ਸਟੀਲ ਦੇ ਜਾਂ ਕੱਚ ਦੇ ਜਾਂ ਹੋਰ ਕੋਈ ਬਰਤਨ ਨਹੀਂ ਹੁੰਦੇ ਸੀਗੇ। ਕੱਚੇ ਭਾਂਡਿਆਂ ਦੇ ਵਿੱਚ ਹੀ ਕੁੱਕ ਕਰਦੇ ਸੀ, ਕੱਚੇ ਭਾਂਡਿਆਂ ਦੇ ਵਿੱਚ ਹੀ ਖਾਂਦੇ ਸੀ, ਉਹਨਾਂ ਦੇ ਵਿੱਚ ਹੀ ਪਾਣੀ ਪੀਂਦੇ ਸੀਗੇ। ਬਿਲਕੁਲ ਠੀਕ। ਪਰ ਅਸੀਂ ਬਿਮਾਰੀਆਂ ਤੋਂ ਬਹੁਤ ਦੂਰ ਸੀਗੇ ਜੀ। ਪਰ ਹੁਣ ਜਿਉਂ ਨਵੀਂ ਤਕਨੀਕ, ਨਵੀਂ ਟੈਕਨੋਲੋਜੀ ਆਈ ਗਈ, ਉਹਨਾਂ ਦੇ ਵਿੱਚ ਅਸੀਂ ਉਹਦੇ ਵਿੱਚ ਫਸਦੇ ਗਏ ਤੇ ਬਿਮਾਰੀਆਂ ਸਾਨੂੰ ਜਿਹੜੀਆਂ ਹੋਰ ਜਕੜਦੀਆਂ ਗਈਆਂ। ਪਰ ਗੱਲ ਕਰਾਂਗੇ ਜੀ, ਆਪਾਂ ਅੱਜ ਗੱਲਬਾਤ ਕਰਾਂਗੇ ਥਾਪਰ ਸਾਹਿਬ, ਸਵੇਰੇ ਮਾਰਨਿੰਗ ਅਰਲੀ ਜਦੋਂ ਆਪਾਂ ਉੱਠਦੇ ਹਾਂ ਤੇ ਸਾਨੂੰ ਨੰਗੇ ਪੈਰ ਤੁਰਨ ਦੇ ਫਾਇਦੇ, ਤੇ ਘਾਹ ਦੇ ਉੱਪਰ ਅਸੀਂ ਜਦੋਂ ਨੰਗੇ ਪੈਰ ਤੁਰਦੇ ਹਾਂ, ਜਦੋਂ ਜਿਹੜੀ ਤਰੇਲ ਪਈ ਹੁੰਦੀ ਹੈ, ਪਹਿਲਾਂ ਵੱਲ ਗੱਲਬਾਤ ਕਰਾਂਗੇ ਨੰਗੇ ਪੈਰ ਤੁਰਨ ਦੇ ਕੀ ਫਾਇਦੇ ਨੇ, ਤੇ ਫਿਰ ਜਦੋਂ ਤਰੇਲ ਦੇ ਉੱਤੇ ਤੁਰਨ ਦੇ, ਘਾਹ ਦੇ ਉੱਪਰ ਜਦੋਂ ਤਰੇਲ ਪਈ ਹੁੰਦੀ ਹੈ, ਕੀ ਉਹਦੇ ਲਾਭ ਨੇ ਸਾਨੂੰ, ਉਹਨਾਂ ਉੱਤੇ ਅਸੀਂ ਅੱਜ ਡਿਸਕਸ ਕਰਾਂਗੇ। ਕਿਉਂਕਿ ਅਸੀਂ ਜੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਹੈਗਾ ਤਾਂ ਸਾਨੂੰ ਜਿਹੜਾ ਪੁਰਾਣਾ ਜਿੱਦਾਂ ਇਤਿਹਾਸ, ਜੋ ਪੁਰਾਣੇ ਲੋਕੀ ਅੱਜ ਤੋਂ 100 ਜਾਂ 200 ਸਾਲ ਪਹਿਲਾਂ ਕੁਝ ਕਰਦੇ ਸੀ, ਕੋਈ ਡਾਕਟਰਾਂ ਦੇ ਨਹੀਂ ਜਾਂਦਾ ਸੀ, ਪਿੰਡਾਂ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦੇ ਸੀਗੇ, ਇੱਕ ਅੱਧਾ ਵੈਦ ਹੁੰਦਾ ਸੀ ਕਿਸੇ ਪਿੰਡ ਦੇ ਵਿੱਚ, ਉਹੀ ਦੇਸੀ ਇਲਾਜ ਕਰ ਦਿੰਦੇ ਸੀਗੇ। ਕਿਉਂਕਿ ਲੋਕੀ ਨੰਗੇ ਪੈਰੀ ਜਾਂਦੇ ਸੀ, ਖੱਤਿਆਂ ਦੇ ਵਿੱਚ ਨੰਗੇ ਪੈਰ ਕੰਮ ਕਰਦੇ ਸੀਗੇ, ਘਰ ਤੋਂ ਲੈ ਕੇ ਜਿੱਥੇ ਵੀ ਜਾਣਾ ਹੁੰਦਾ ਸੀ ਨੰਗੇ ਪੈਰ ਤੁਰਦੇ ਸੀਗੇ। ਭਾਵੇਂ ਉਸ ਨੂੰ ਉਸ ਟਾਈਮ ਦੇ ਵਿੱਚ ਉਨੀ ਨਹੀਂ ਇਹ ਚੀਜ਼ਾਂ ਆਈਆਂ ਸੀਗੀਆਂ, ਪਰ ਇਹ ਚੀਜ਼ਾਂ ਆਉਣ ਦੇ ਨਾਲ ਸਾਨੂੰ ਨੁਕਸਾਨ ਕਾਫੀ ਜ਼ਿਆਦਾ। ਜਦੋਂ ਸਵੇਰੇ ਆਪਾਂ ਕੰਮਾਂ ਕਾਰਾਂ 'ਤੇ ਹੁਣ ਆ ਰਹੇ ਹਾਂ, ਸਵੇਰੇ ਇੱਕ ਤਾਂ ਜਰਾਬਾਂ ਪਾ ਕੇ, ਉੱਪਰ ਜੀ ਜਿਹੜੇ ਸ਼ੂ ਟਾਈਟ ਕਰਕੇ ਅਸੀਂ ਸ਼ਾਮ ਤੱਕ ਉਸੇ ਤਰ੍ਹਾਂ ਰਹਿੰਦੇ ਹਾਂ, ਪੈਰਾਂ ਨੂੰ ਹਵਾ ਨਹੀਂ ਲੱਗਦੀ ਹੈਗੀ। ਫਿਰ ਅਸੀਂ ਕਹਿੰਦੇ ਹਾਂ ਸਾਡੇ ਜੀ ਪੈਰ ਦੁਖਣ ਲੱਗ ਗਏ ਥੱਲਿਓਂ, ਸਾਨੂੰ ਕੋਈ ਹੋਰ ਪ੍ਰੋਬਲਮ ਆ ਗਈ, ਡਾਇਬਟੀਜ਼ ਆ ਗਈ, ਸਾਨੂੰ ਕੋਈ ਸ਼ੂਗਰ ਦੀ ਪ੍ਰੋਬਲਮ ਆ ਗਈ, ਜਾਂ ਜਿਹੜੀਆਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਭੈੜੀਆਂ ਬਿਮਾਰੀਆਂ ਨੇ ਸਾਨੂੰ ਜਿਹੜੀਆਂ ਚਿੰਬੜਦੀਆਂ ਨੇ। ਜੀ ਥਾਪਰ ਸਾਹਿਬ, ਗੱਲਬਾਤ ਤੁਹਾਤੋਂ ਸ਼ੁਰੂ ਕਰਦੇ ਹਾਂ। ਨੰਗੇ ਪੈਰੇ ਤੁਰਨ ਦੇ ਕੀ ਫਾਇਦੇ ਨੇ? ਕੁਲਦੀਪ ਸਾਹਿਬ, ਫਾਇਦੇ ਤਾਂ ਬਹੁਤ ਜ਼ਿਆਦਾ ਨੇ ਨੰਗੇ ਪੈਰੀ ਤੁਰਨ ਦੇ। ਤੁਸੀਂ ਥੋੜਾ ਜਿਹਾ ਵਿਸ਼ਾ ਟੱਚ ਕੀਤਾ ਸਾਡੇ ਬਜ਼ੁਰਗਾਂ ਦਾ। ਖੇਤੀਬਾੜੀ ਜਦੋਂ ਕਰਦੇ ਹੁੰਦੇ ਸੀ ਜੀ, ਔਰ ਖੇਤੀਬਾੜੀ ਮੋਸਟਲੀ ਨੰਗੇ ਪੈਰੀ ਹੋ ਕੇ ਹੀ ਕਰਨੀ ਪੈਂਦੀ ਸੀਗੀ ਜੀ। ਉੱਥੇ ਕਿਹੜਾ ਕੋਈ ਸ਼ੂ ਪਾਉਣੇ ਪੈਂਦੇ ਸੀ ਜਾਂ ਕੋਈ ਚੱਪਲਾਂ ਪਾ ਕੇ ਹਲ ਵਾਹਿਆ ਜਾਂਦਾ ਸੀਗਾ ਜੀ। ਔਰ ਮੈਨੂੰ ਯਾਦ ਹੈ ਕਿ ਸਾਡੇ ਗ੍ਰੈਂਡਫਾਦਰ ਸਾਹਿਬ ਜਦੋਂ ਹਲ ਵਾਹ ਕੇ ਤੇ ਸੁਹਾਗਾ ਫੇਰਨਾ ਬਲਦਾਂ ਦੇ ਨਾਲ ਜੀ, ਤੇ ਉਹ ਨੰਗੇ ਪੈਰੀ ਸੁਹਾਗੇ ਤੇ ਖੜਨਾ, ਤੇ ਅਸੀਂ ਵੀ ਉਹਨਾਂ ਦੇ ਲੱਤਾਂ ਨੂੰ ਫੜ ਕੇ ਤੇ ਨੰਗੇ ਪੈਰੀ ਬੈਠੇ ਹੁੰਦੇ ਸੀ ਸੁਹਾਗੇ ਤੇ ਜੀ। ਸੋ ਖੇਤੀਬਾੜੀ ਬਿਲਕੁਲ ਨੰਗੇ ਪੈਰੀ ਮੋਸਟਲੀ ਕੀਤੀ ਜਾਂਦੀ ਸੀਗੀ। ਹੁਣ ਝੋਨਾ ਲਾਉਣਾ, ਪਨੀਰੀ ਲਾਉਣੀ ਆ ਜਿਹੜੀ ਆ, ਉਹ ਵੀ ਤਾਂ ਨੰਗੇ ਪੈਰੀ ਸੀ। ਉੱਥੇ ਕਿਹੜਾ ਕੋਈ ਕੱਦੂ ਕਰਦੇ ਨੇ, ਹਾਂ ਕੱਦੂ ਕਰਦੇ ਨੇ ਨੰਗੇ ਪੈਰੀ, ਹੈ ਨਾ। ਸੋ ਬਹੁਤ ਸਾਰੇ ਪਿੰਡਾਂ 'ਚ ਕੰਮਕਾਰ ਹੁੰਦੇ ਸੀ ਜਿਹੜੇ ਅਸੀਂ ਨੰਗੇ ਪੈਰੀ ਕਰਦੇ ਹੁੰਦੇ ਸੀਗੇ। ਹੁਣ ਸਵਾਲ ਇੱਥੇ ਵੀ, ਜਦੋਂ ਅਸੀਂ ਉਦੋਂ ਨੰਗੇ ਪੈਰੀ ਕਰਦੇ ਸੀਗੇ, ਉਦੋਂ ਕਿਹੜਾ ਸਾਨੂੰ ਕੁਝ ਹੋ ਜਾਂਦਾ ਸੀਗਾ, ਕੋਈ ਡਰ। ਜਿੱਦਾਂ ਅੱਜ ਕੱਲ੍ਹ ਅਸੀਂ ਬੜੇ ਸੋਲ ਹੋ ਚੁੱਕੇ ਹਾਂ ਜੀ, ਔਰ ਹਰ ਚੀਜ਼ ਨੂੰ ਬੜੇ ਕਵਰ ਕਰਕੇ ਅਸੀਂ ਜਿਹੜਾ ਬਾਹਰ ਨਿਕਲਦੇ ਹਾਂ। ਤੇ ਉਹ ਨੰਗੇ ਪੈਰੀ ਜਿਹੜੇ ਸਾਡੇ ਬਜ਼ੁਰਗ ਤੁਰਦੇ ਹੁੰਦੇ ਸੀ, ਤੇ ਅਸੀਂ ਭੁੱਲ ਗਏ ਹਾਂ ਨੰਗੇ ਪੈਰੀ ਤੁਰਨਾ। ਹੁਣ ਅਸੀਂ ਸਮਾਂ ਹੀ ਨਹੀਂ ਕੱਢਦੇ। ਤੁਸੀਂ ਕਹਿੰਦੇ ਨਾ ਸਵੇਰੇ ਜਾ ਕੇ ਵੀ ਆਪਾਂ ਵੀ ਵਾਕ ਕਰਨੀ ਆ, ਪਹਿਲੀ ਗੱਲ ਤਾਂ ਮਾਰਨਿੰਗ ਵਾਕ ਹੀ ਨਹੀਂ ਕਰਦੇ। ਨੰਗੇ ਪੈਰੀ ਤੁਰਨਾ ਤਾਂ ਬਾਅਦ ਦੀ ਗੱਲ ਹੈ ਕੁਲਦੀਪ, ਹੈ। ਔਰ ਉਹਦੇ ਉੱਪਰ ਜੇ ਤੁਰ ਵੀ ਪੈਂਦੇ, ਹੁਣ ਇੱਥੇ ਆਪਾਂ ਦੇਖੀਏ ਕੈਨੇਡਾ 'ਚ ਪਾਰਕਾਂ 'ਚ ਲੋਕ ਘੁੰਮਦੇ ਨੇ, ਸ਼ੂ ਪਾਏ ਹੁੰਦੇ ਨੇ, ਰਨਿੰਗ ਸ਼ੂ ਪਾਏ ਹੁੰਦੇ ਨੇ, ਤੇ ਘਾਹ ਦੇ ਉੱਤੇ ਤਾਂ ਕੋਈ ਮੈਂ ਤੁਰਦਾ ਦੇਖਿਆ ਨਹੀਂ ਜੀ, ਹੈ ਨਾ ਜੀ। ਸੋ ਸਵੇਰੇ ਇੰਨੇ ਸੋਹਣੇ ਇੱਥੇ ਘਾਹ ਕੱਟੇ ਪਏ ਨੇ, ਬਹੁਤ ਵਧੀਆ, ਸੋਹਣੇ ਗਰਾਊਂਡ ਨੇ, ਹੈ ਨਾ।
ਨਾਲੇ ਅਸੀਂ ਬਰੈਂਪਟਨ ਫਲਾਵਰ ਸਿਟੀ ਦੇ ਵਿੱਚ ਰਹਿ ਰਹੇ ਹਾਂ। ਇਹਦਾ ਸਪੈਸ਼ਲ ਪਾਰਕਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ, ਸਪੈਸ਼ਲ ਜਿਹੜੇ ਗ੍ਰਾਸ ਕੱਟਦੇ ਨੇ, ਘਾਹ ਨੂੰ ਕੱਟਦੇ ਹੈਗੇ ਨੇ, ਤੇ ਬੜਾ ਵਧੀਆ ਉੱਤੋਂ ਜਿਹੜਾ ਜਦੋਂ ਨੰਗੇ ਪੈਰ ਬੰਦਾ ਤੁਰਦਾ ਹੈਗਾ, ਬੜਾ ਪੈਰਾਂ ਨੂੰ ਮਸਾਜ ਹੀ ਮਿਲਦੀ ਆ। ਬਿਲਕੁਲ ਮਿਲਦੀ ਆ, ਮਿਲਦੀ ਆ। ਔਰ ਤੁਸੀਂ ਇਹਦੀ ਗੱਲ ਕਰਦੇ ਆ, ਆਪਾਂ ਗਰਾਊਂਡ ਦੀ ਗੱਲ ਚੱਲੀ ਆ, ਤੇ ਜਦੋਂ ਭਾਰਤੀ ਹਾਕੀ ਦੀ ਗੱਲ ਕਰੀਏ 올림픽 ਦੀ, ਜਦੋਂ ਧਿਆਨ ਸਿੰਘ ਹੁਣੀ ਹਾਕੀ ਖੇਡਦੇ ਹੁੰਦੇ ਸੀਗੇ ਜੀ, ਔਰ ਇਹ ਨੰਗੇ ਪੈਰੀ ਹਾਕੀ ਖੇਡਦੇ ਹੁੰਦੇ ਸੀ ਜੀ। ਵਰਲਡ ਨੇ ਸ਼ੂ ਪਾ ਕੇ ਖੇਡਣਾ, ਤੇ ਭਾਰਤ ਦੀ ਹਾਕੀ ਟੀਮ ਨੰਗੇ ਪੈਰ ਪਹਿਲੇ 2-3 ਵਰਲਡ ਕੱਪ ਜਿੱਤ ਕੇ ਲਾਈ, ਨੰਗੇ ਪੈਰੀ ਹਾਕੀ ਖੇਡ ਗਿਆ ਹੈ। ਅੱਛਾ ਜੀ। ਤੇ ਜਦੋਂ ਯਾਦ ਆ ਕਿ ਇੱਕ ਵਾਰੀ ਸ਼ਾਇਦ ਤੀਸਰਾ ਵਰਲਡ ਕੱਪ ਸੀਗਾ, ਤੇ ਉਹ ਜਰਮਨੀ ਦੇ ਵਿੱਚ ਹੋ ਰਿਹਾ ਸੀਗਾ, ਔਰ ਹਿਟਲਰ ਉਸ ਨੂੰ ਗੇਮ ਨੂੰ ਵਾਚ ਕਰ ਰਿਹਾ ਸੀਗਾ, ਔਰ ਫਾਈਨਲ ਜਿਹੜਾ ਸੀ ਭਾਰਤ ਤੇ ਹਿਟਲਰ ਦਾ ਪਿਆ, ਔਰ ਭਾਰਤ ਦੀ ਟੀਮ ਦੇ ਵਿੱਚ ਧਿਆਨ ਸਿੰਘ ਹੁਣੀ ਜਿਹੜੇ ਸੀਗੇ, ਧਿਆਨ ਚੰਦ ਕੈਪਟਨ ਸੀਗੇ, ਉਹਨਾਂ ਨੂੰ ਖੇਡਦਿਆਂ ਕੁਲਦੀਪ ਸੱਟ ਲੱਗ ਗਈ ਜੀ, ਔਰ ਉਹ ਜਦੋਂ ਦੁਬਾਰਾ ਆਏ ਉਹਨਾਂ ਦੇ ਮੂੰਹ ਤੇ ਵੀ ਸੱਟ ਲੱਗੀ। ਉਹਨਾਂ ਨੇ ਨੰਗੇ ਪੈਰੀ ਖੇਡੇ, ਹਾਲਾਂਕਿ ਉਸ ਵੇਲੇ ਸ਼ੂ ਪਾਉਣ ਲੱਗੇ, ਉਹ ਖੁਦ ਨੰਗੇ ਪੈਰੀ ਖੇਡੇ, ਔਰ ਉਹਨਾਂ ਨੇ ਜਰਮਨੀ ਨੂੰ ਹਿਟਲਰ ਦੀ ਮੌਜੂਦਗੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲਾਂ ਤੇ ਹਰਾਇਆ ਸੀਗਾ ਜੀ। ਸੋ ਕਹਿਣ ਦਾ ਮਤਲਬ ਕਿ ਸਾਡੀ ਹਾਕੀ ਟੀਮ ਬੜੀ ਦੇਰ ਤੱਕ ਘਾਹ ਦੇ ਉੱਤੇ ਨੰਗੇ ਪੈਰੀ ਹਾਕੀ ਟੀਮ ਖੇਡਦੀ ਰਹੀ ਹੈ। ਬਹੁਤ ਸਾਰੀਆਂ ਗੇਮਾਂ ਸੀਗੀਆਂ ਜਿਹੜੀਆਂ ਸਾਡੇ ਨੰਗੇ ਪੈਰੀ ਆ। ਸਾਡੇ ਕਬੱਡੀ ਦੀ ਗੇਮ ਦੇਖ ਲਓ, ਨੰਗੇ ਪੈਰੀ ਜੀ, ਸਹੀ ਗੱਲ ਆ ਜੀ। ਹਾਂ, ਉਹ ਜਿਹੜੇ ਨੰਗੇ ਪੈਰੀ, ਹੁਣ ਇਹਦੇ ਵਿਗਿਆਨਕ ਪੱਖ ਵੀ ਆਪਾਂ ਦੇਖਾਂਗੇ ਵੀ ਨੰਗੇ ਪੈਰ ਦਾ ਫਾਇਦਾ ਕੀ ਆ ਸਾਨੂੰ ਜੀ, ਹੈਨਾ ਜੀ। ਹੁਣ ਵਿਗਿਆਨਕ ਪੱਖ ਇਹ ਆ, ਮੈਂ ਐਗਜ਼ਾਮਪਲ ਲਊਂਗਾ ਕੁਲਦੀਪ, ਅਸੀਂ ਕੋਈ ਵੀ ਆਪਣੇ ਘਰ ਦੇ ਵਿੱਚ ਬਿਜਲੀ ਦਾ ਸਮਾਨ ਦੇਖੋ, ਉਹਦੇ ਵਿੱਚ 2 ਪਲੱਗਾਂ ਤੋਂ ਬਾਅਦ ਤੀਸਰਾ ਪਲੱਗ ਅਰਥ ਦਾ ਹੁੰਦਾ ਜੀ, ਗਰਾਊਂਡ ਕਹਿ ਲਓ, ਅਰਥ ਕਹਿ ਲਓ ਉਹਨੂੰ, ਹੈਨਾ ਜੀ। ਉਹ ਕਿਉਂ ਰੱਖਿਆ ਗਿਆ ਆ? ਸੋਚਣ ਵਾਲੀ ਗੱਲ ਆ ਕਿ ਤੀਸਰਾ ਪੁਆਇੰਟ ਜਿਹੜੀ ਗਰਾਊਂਡ ਆ, ਚਾਹੇ ਤੁਸੀਂ ਕੋਈ ਫ੍ਰਿਜ ਲਾ ਲਓ, ਕੋਈ ਵੀ ਚੀਜ਼, ਪੱਖਾ ਲਾ ਲਓ, ਘਰ ਦੇ ਅਪਲਾਈਸੈਂਸ ਲਾ ਲਓ, ਟੀਵੀ ਲਾ ਲਓ, ਤੀਸਰਾ ਪੁਆਇੰਟ ਜਿਹੜਾ ਹੁੰਦਾ ਉਹ ਅਰਥ ਦਾ ਹੁੰਦਾ, ਗਰਾਊਂਡ ਦਾ। ਨਹੀਂ ਵੀ ਯੂਜ਼ ਕਰਦੇ ਹੈਗੇ ਆਪਾਂ, ਸਟਲ ਨਹੀਂ ਵੀ ਕਰਦੇ, ਪਰ ਉਹਦਾ ਕਾਰਨ ਇਹ ਹੈ ਕਿ ਜੇ ਕੱਲ ਨੂੰ ਮੰਨ ਲਓ ਤੁਸੀਂ ਫ੍ਰਿਜ ਦੀ ਗੱਲ ਕਰਦੇ ਆ, ਫ੍ਰਿਜ ਦੇ ਵਿੱਚ ਕੋਈ ਤਾਰ ਇੱਧਰ ਉੱਧਰ ਜੁੜ ਗਈ, ਜਾਂ ਉਹਦੇ ਵਿੱਚ ਕੋਈ ਸ਼ਾਰਟ ਸਰਕਟ ਪੈਦਾ ਹੁੰਦਾ ਆ, ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕਰੰਟ ਆਉਂਦਾ ਆ, ਤੇ ਉਹ ਤੁਰੰਤ ਜਿਹੜਾ ਗਰਾਊਂਡ 'ਚ ਹੋ ਕੇ ਬਾਹਰ ਨਿਕਲ ਜਾਂਦਾ। ਤੇ ਇਸੇ ਪ੍ਰਕਾਰ ਜਿਹੜਾ ਮੈਂ ਗੱਲ ਕਰਦਾ, ਸਾਡਾ ਸਰੀਰ ਵੀ ਇੱਕ ਮਸ਼ੀਨ ਦੀ ਤਰ੍ਹਾਂ ਆ ਜੀ। ਤੇ ਉਹ ਹੁਣ ਮਸ਼ੀਨ ਦੇ ਆਪਾਂ ਗਰਾਊਂਡ ਤਾਂ ਲਾ ਨਹੀਂ ਸਕਦੇ। ਹੁਣ ਕੁਦਰਤੀ ਤੌਰ ਤੇ ਜਿਹੜੇ ਸਾਡੇ ਸਰੀਰ ਨੂੰ ਗਰਾਊਂਡ ਦੀ ਜ਼ਰੂਰਤ ਆ, ਉਹ ਜੇ ਅਸੀਂ ਧਰਤੀ ਉੱਤੇ ਪੈਰ ਰੱਖ ਕੇ ਚੱਲਾਂਗੇ, ਤੇ ਉਹ ਨੈਚੁਰਲ ਫਿਨੋਮੀਨਾ, ਨੈਚੁਰਲ ਤਰੀਕਾ ਆ, ਸਾਨੂੰ ਗਰਾਊਂਡ ਉੱਥੋਂ ਮਿਲਣੀ ਆ। ਸਾਰੀ ਜਿਹੜੀ ਅਸੀਂ ਆਪਣੀ ਗ੍ਰੈਵਿਟੀ ਹੈਗੀ ਆ, ਜਾਂ ਸਾਨੂੰ ਜਿਹੜੀ એનર્ਜੀ ਮਿਲਣੀ ਹੈਗੀ ਆ, ਉਸ ਧਰਤੀ ਦੇ ਵਿੱਚੋਂ ਹੀ ਜਿਹੜੀ એનર્ਜੀ ਵੀ ਮਿਲਦੀ ਆ। ਤੇ ਜੇ ਸਾਡੇ ਵਾਧੂ ਘਾਟੂ ਚੀਜ਼ ਹੈਗੀ ਆ, ਉਹ ਵੀ ਜਿਹੜਾ ਹੈਗਾ ਮਤਲਬ ਧਰਤੀ ਦੇ ਵਿੱਚ ਉਹ ਆਬਜ਼ਰਵ ਕਰ ਲੈਂਦੀ ਹੈਗੀ ਉਸ ਚੀਜ਼ਾਂ ਨੂੰ, ਮਤਲਬ ਜੋ ਵਾਧੂ। ਤੁਸੀਂ ਕਿਤੇ ਦੇਖਿਆ ਵੀ ਸਾਡੇ ਸਰੀਰ ਦੇ ਵਿੱਚ ਕਰੰਟ ਕਿੱਥੋਂ ਆ, એનર્ਜੀ ਕਿੱਥੋਂ ਆ ਨਾ ਜੀ? ਬਿਲਕੁਲ ਸਾਡੇ ਸਰੀਰ ਦੇ ਵਿੱਚ ਕਰੰਟ ਹੀ ਕਰੰਟ ਆ। ਤੁਸੀਂ ਸਿਆਲਾਂ ਨੂੰ ਦੇਖੋ, ਕਿੱਦਾਂ ਤੁਸੀਂ ਕੋਈ ਚਾਦਰ, ਕੋਈ ਕੱਪੜਾ ਲਾਓ, ਸਟੈਟਿਕ ਪੈਂਦਾ ਕਿ ਨਹੀਂ ਪੈਂਦਾ ਜੀ? ਤੁਹਾਨੂੰ ਚੰਗਿਆੜੇ ਨਿਕਲਦੇ, ਰਾਤ ਨੂੰ ਤੁਸੀਂ ਦੇਖੋਗੇ ਚੰਗਿਆੜੇ, ਸਾਡੀ ਬਾਡੀ ਦੇ ਆਲੇ ਦੁਆਲੇ ਚਾਰਜ ਪੈਦਾ ਹੁੰਦਾ ਆ। ਪਰ ਉਹ ਥੱਪੜ ਸਾਹਿਬ, ਸੌਰੀ ਮੈਂ ਵਿੱਚੋਂ ਤੁਹਾਨੂੰ ਰੋਕ ਰਿਹਾ, ਜਦੋਂ ਨਾ ਆਪਣੇ ਸ਼ੂ ਪਾਏ ਹੁੰਦੇ ਨੇ ਤੇ ਨੰਗੇ ਪੈਰ, ਤੇ ਸ਼ੂਆਂ ਨਾਲੋਂ ਨੰਗੇ ਪੈਰ ਦੀ ਜ਼ਿਆਦਾ ਗ੍ਰਿਪਿੰਗ ਆ। ਗ੍ਰਿਪਿੰਗ ਵੀ ਜ਼ਿਆਦਾ ਹੈ, ਬਿਲਕੁਲ ਠੀਕ ਹੈ ਗੱਲ, ਗ੍ਰਿਪਿੰਗ ਜ਼ਿਆਦਾ ਹੈਗੀ ਆ, ਕਿਉਂਕਿ ਸ਼ੂ ਜਿਹੜੇ ਹੁੰਦੇ ਨੇ ਵਿੰਟਰ ਦੇ ਵਿੱਚ ਹੀ ਲਾਵੋ ਭਾਵੇਂ ਤੁਸੀਂ, ਜਿਹੜੇ ਚਲੋ ਵਿੰਟਰ ਵਾਲੇ ਸ਼ੂ ਵੱਖਰੇ ਹੁੰਦੇ ਨੇ, ਤੇ ਜਿਹੜੇ ਉਹ ਦੂਜੇ, ਕਿਉਂਕਿ ਜ਼ਿਆਦਾ ਠੰਡ ਹੁੰਦੀ, ਜਿਹੜੀ ਰਬੜ ਜੀ ਹੁੰਦੀ ਹੈ ਜ਼ਿਆਦਾ, ਉਹ ਠੰਡ ਦੇ ਨਾਲ ਫਰੀਜ਼ ਹੋ ਜਾਂਦੀ ਆ, ਉਹ ਫਿਰ ਉੱਤੇ ਖੜਦੇ ਨਹੀਂ ਸਨੋ ਦੇ ਉੱਤੇ ਜੀ। ਹਜੇ ਨੰਗੇ ਪੈਰ ਹਜੇ ਫਿਰ ਬੰਦਾ ਆਪਣੇ, ਕਿਉਂਕਿ ਥੋੜਾ ਜਿਹਾ ਉਸ ਦੇ ਨਾਲ ਫਰਕ ਪੈ ਜਾਂਦਾ ਹੈਗਾ। ਇਸੇ ਤਰ੍ਹਾਂ ਜਦੋਂ ਧਰਤੀ ਦੇ ਵੀ ਆਪਾਂ ਤੁਰਦੇ ਹੈਗੇ ਆ, ਨੰਗੇ ਪੈਰਾਂ ਦੀ ਜ਼ਿਆਦਾ, ਜੇ ਗੁੱਠੇ ਆਪਾਂ ਡਾਊਨ ਹਿਲ ਹੈਗੀ ਆ, ਜੇ ਘਾਹ ਤੋਂ ਆਪਾਂ ਤੁਰਦੇ ਆ ਜਾਂ ਮਿੱਟੀ ਦੇ ਉੱਤੇ ਤੁਰਦੇ ਆ, ਗੁੱਠਿਆਂ ਦੇ ਨਾਲ ਜਦੋਂ ਦਾਬ ਦੇ ਨਾਲ, ਕਿਉਂਕਿ ਗ੍ਰਿਪਿੰਗ ਹੁੰਦੀ ਆ, ਦੂਜੇ ਲੋਟ ਹਜੇ ਸ਼ੂ ਜਿਹੜੇ ਹੈਗੇ ਨੇ ਫਿਰ ਸਲਿੱਪ ਹੋ ਜਾਂਦੇ ਨੇ, ਪਰ ਜਿਹੜੇ ਨੰਗੇ ਪੈਰ ਨੇ ਉਹਦੇ ਨਾਲ ਕਾਫੀ ਜਿਹੜੀ ਗ੍ਰਿਪਟੀ ਹੋ ਜਾਂਦੀ ਹੈਗੀ ਆ ਥੱਲੇ ਧਰਤੀ ਦੇ ਨਾਲ ਉਹਦੀ ਜੀ। ਔਰ ਜੇ ਅਸੀਂ ਕੁਦਰਤ ਦੇ ਵਿੱਚ ਵੀ ਇਹ ਵਰਤਾਰਾ ਦੇਖੀਏ ਕੁਲਦੀਪ ਜੀ, ਤੁਸੀਂ ਦੇਖੋ ਜਿੰਨੇ ਵੀ ਇਸ ਧਰਤੀ ਦੇ ਉੱਤੇ ਜਾਨਵਰ ਨੇ ਜੀ, ਉਹ ਕੋਈ ਵੀ ਜਾਨਵਰ ਸ਼ੂ ਨਹੀਂ ਪਾਉਂਦਾ ਜੀ, ਕੋਈ ਵੀ ਜਾਨਵਰ ਸ਼ੂ ਨਹੀਂ ਪਾਉਂਦਾ, ਕੋਈ ਡਾਕਟਰ ਦੇ ਨਹੀਂ ਜਾਂਦਾ, ਉਹ ਆਪਣੀ ਸੋਹਣੀ ਜ਼ਿੰਦਗੀ ਜਿਉਂਦੇ ਨੇ ਜੀ, ਹੈਨਾ। ਤੁਸੀਂ ਕੋਈ ਵੀ ਜਾਨਵਰ ਲੈ ਲਓ, ਹੁਣ ਤੁਸੀਂ ਬਾਂਦਰਾਂ ਦੀ ਨਸਲ ਤੋਂ, ਬਾਂਦਰਾਂ ਦੀ ਨਸਲ ਦੀ ਗੱਲ ਕਰੀਏ, ਸ਼ੂ ਪਾਉਂਦੇ ਨਹੀਂ ਉਹ। ਹਾਥੀ ਦੀ ਗੱਲ ਕਰੀਏ, ਕੋਈ ਸ਼ੇਰ ਦੀ ਗੱਲ ਕਰੀਏ, ਕੋਈ ਵੀ ਜਾਨਵਰ ਸ਼ੂ ਨਹੀਂ ਪਾਉਂਦਾ। ਉਹ ਨੈਚੁਰਲ ਤੌਰ ਤੇ ਉਹ ਅਰਥ ਦੇ ਉੱਤੇ ਰਹਿੰਦੇ, ਧਰਤੀ ਦੇ ਉੱਤੇ ਰਹਿੰਦੇ ਆ, ਉਹਨਾਂ ਨੂੰ ਤਾਂ ਕੁਝ ਹੁੰਦਾ ਨਹੀਂਗਾ। ਅਸੀਂ ਸ਼ੂ ਵੀ ਬਣਾ ਲਏ ਆ, ਤੇ ਅਸੀਂ ਉੱਚੀਆਂ ਅੱਡੀਆਂ ਵੀ ਬਣਾ ਲਈਆਂ ਨੇ। ਦੇਖੋ 8-8 ਇੰਚੀ 4-4 ਇੰਚੀ ਹੈ ਤਾਂ ਉਹਦਾ ਨੁਕਸਾਨ ਵੱਖਰਾ ਆ। ਅੱਡੀ, ਹੁਣ ਅੱਡੀ ਦਾ ਤੁਹਾਨੂੰ ਮੈਂ ਦੱਸ ਦੇਣਾ, ਅੱਡੀ ਦਾ ਜਿਹੜਾ ਇਸ ਨੂੰ ਇਜਾਦ ਕੀਤਾ ਗਿਆ ਸੀਗਾ,
ਇਹ ਤਾਂ ਉਹ ਅੱਜ ਕੱਲ ਦਾ ਫੈਸ਼ਨ ਹੀ ਬਣ ਗਿਆ ਨਾ, ਮੁੰਡੇ ਵੀ ਕੁੜੀਆਂ ਤਾਂ ਜ਼ਿਆਦਾ ਅੱਡੀ ਪਾਉਂਦੀਆਂ ਨੇ, ਉਹਦਾ ਤਾਂ ਉਹਨਾਂ ਦੇ ਤੁਹਾਡੀ ਜਿਹੜੀ ਬੈਕ ਆ, ਤੁਹਾਡੇ ਗੋਡੇ ਆ, ਉਹ ਦਰਦ ਹੀ ਦਰਦ ਹੁੰਦਾ ਅੱਡੀ ਪਾਉਣ ਦੇ ਨਾਲ, ਹੀਲ ਪਾਉਣ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਉਦੋਂ ਫਲੈਟ ਜੁੱਤੀ ਪਾ ਲਓ ਤੁਹਾਡੇ ਫੇਰ ਵੀ ਠੀਕ ਆ ਜੀ। ਹੁਣ ਅੱਡੀ ਜਿਹੜੀ ਸੀਗੀ, ਜਦੋਂ ਪੁਰਾਤਨ ਸਮੇਂ ਦੇ ਵਿੱਚ ਲੋਕ ਘੋੜ ਸ਼ਿਕਾਰ ਕਰਦੇ ਸੀਗੇ, ਘੋੜੇ ਦੇ ਉੱਤੇ ਖੜ ਕੇ ਉਹ ਜਿਹੜੇ ਜਦ ਚ ਪੈਰ ਫਸਾਉਂਦੇ ਆ, ਉਹ ਉਹਦੇ ਬੈਲੈਂਸ ਵਾਸਤੇ, ਉਹਦੀ ਜਕੜ ਵਾਸਤੇ ਉੱਠ ਕੇ ਤੀਰ ਮਾਰਦੇ ਸੀ। ਉਹ ਅੱਡੀ ਦਾ ਇਜਾਦ ਉੱਥੋਂ ਕੀਤਾ ਗਿਆ ਸੀਗਾ, ਕਿਸੇ ਛੂਆਂ ਦੀ ਜਿਹੜੀ ਅੱਡੀ ਹੁੰਦੀ ਸੀ ਉਹਨਾਂ ਦੀ, ਰਕਾਬ ਜਿਹਨੂੰ ਆਪਾਂ ਕਹਿੰਦੇ ਆ, ਰਕਾਬ ਦੇ ਵਿੱਚ ਪੈਰ ਫਸਾਉਣੇ ਆ, ਉਹ ਅੱਡੀ ਉਹਦੇ ਵਾਸਤੇ ਸੀਗੇ ਕਿ ਪੈਰ ਅੱਗੇ ਪਿੱਛੇ ਨਾ ਜਾਵੇ। ਅਸੀਂ ਅੱਡੀ ਜਿਹੜੀ ਆ ਉਹ ਫੈਸ਼ਨਲੀ ਬਣਾ ਲਈ ਆ, ਹੈਨਾ। ਤੋ ਇਹਦਾ ਕਿੱਡਾ ਤਗੜਾ ਨੁਕਸਾਨ ਆ। ਉਹ ਪੁਰਾਤਨ ਸਮੇਂ 'ਚ ਪਾਉਂਦੇ ਸੀਗੇ, ਪਰ ਘੋੜੇ ਤੇ ਚੜ੍ਹ ਕੇ ਨਿਸ਼ਾਨਾ ਲਾਉਂਦੇ ਸੀ, ਅੱਡੀ ਤਾਂ ਬਣੀ ਸੀਗੀ। ਤੇ ਅਸੀਂ ਸ਼ੂ ਵੀ ਬਣਾ ਲਿਆ ਤੇ ਸ਼ੂਆਂ ਤੋਂ ਅੱਡੀਆਂ ਵੀ ਲਵਾ ਲਈਆਂ ਹੈਗੀਆਂ। ਅੱਛਾ, ਇੱਕ ਹੋਰ ਜਿਹੜਾ ਸਰੀਰਕ ਪੱਖ ਆਪਾਂ ਲੈਂਦੇ ਆ ਕੁਲਦੀਪ, ਜਿਹੜੇ ਸਾਡੇ ਹੱਥ ਤੇ ਸਾਡੇ ਪੈਰ ਨੇ, ਇਹ ਅਕਸਰ ਅਸੀਂ ਆਕੂਪ੍ਰੈਸ਼ਰ ਦਾ ਨਾਮ ਸੁਣਿਆ ਹੋਇਆ ਜੀ। ਜੇ ਹੁਣ ਨੰਗੇ ਪੈਰ ਅਸੀਂ ਤੁਰਾਂਗੇ, ਸੜਕ ਤੇ ਤੁਰ ਵੀ ਲੈਂਦੇ ਆ ਜਾਂ ਘਾਹ ਦੇ ਉੱਤੇ ਤੁਰ ਲੈਂਦੇ ਆ, ਉਹ ਜਿੰਨੇ ਵੀ ਸਾਡੇ ਆਰਗਨ ਨੇ, ਉਹ ਸਾਰੇ ਐਂਡਿੰਗ ਪੁਆਇੰਟ ਜਿਹੜੇ ਨੇ ਸਾਡੇ ਪੈਰਾਂ ਦੇ ਵਿੱਚ ਉਹ ਨਾੜਾਂ ਜਾਂਦੀਆਂ ਨੇ। ਤੇ ਜਦੋਂ ਅਸੀਂ ਪੈਰ ਤੇ ਪ੍ਰੈਸ਼ਰ ਪਾਉਂਦੇ ਨੰਗੇ ਪੈਰੀ, ਤੇ ਉਹ ਆਟੋਮੈਟਿਕਲੀ ਕੁਦਰਤੀ ਤੌਰ ਤੇ ਜਿਹੜਾ ਸਾਡੇ ਸਾਰੇ ਦੇ ਸਾਰੇ ਸਰੀਰ ਦਾ ਆਕੂ ਪ੍ਰੈਸ਼ਰ ਹੁੰਦਾ। ਕਈ ਲੋਕ ਤਾਂ ਆਕੂ ਪ੍ਰੈਸ਼ਰ ਦੇ ਪੈਸੇ ਦਿੰਦੇ ਆ ਜੀ, ਤੇ ਸਾਨੂੰ ਕੀ ਦੇਣ ਦੀ ਲੋੜ, ਨੰਗੇ ਪੈਰੀ ਤੁਰ ਲਓ ਜੀ। ਸਹੀ ਹੈ। ਹੁਣ ਨੰਗੇ ਪੈਰੀ ਅਸੀਂ ਤੁਰਦੇ ਨਹੀਂ। ਸਾਡੇ ਐਪੀਸੋਡ ਬਣਾਉਣ ਦਾ ਇਹੀ ਆ, ਬੈਕ ਟੂ ਬੇਸਿਕ ਦਾ ਇਹੀ ਆ ਕਿ ਉਹ ਕੁਦਰਤੀ ਗੱਲਾਂ ਜਿਹੜੀਆਂ ਅਸੀਂ ਭੁੱਲ ਬੈਠੇ ਆ, ਤੇ ਪਰ ਸਾਡੇ ਬਜ਼ੁਰਗ ਕਰਦੇ ਸੀਗੇ, ਉਹਨਾਂ ਦੀ ਉਮਰਾਂ 100-100 ਸਾਲ ਸੀਗੀਆਂ, ਅਸੀਂ ਤਾਂ 40-50 ਟੱਪ ਦੇ ਬਿਮਾਰ ਪੈ ਜਾਂਦੇ ਅਸੀਂ। 60-70 ਸਾਲ ਤੱਕ ਤਾਂ ਅਸੀਂ ਉਦਾਂ ਹੀ ਅਲਵਿਦਾ ਹੀ ਕਹਿ ਦਿੰਦੇ ਇੱਥੇ ਦੁਨੀਆ ਨੂੰ। ਵਾਕਈ ਤੁਸੀਂ ਕਿਹਾ ਜਿਹੜੇ ਪੁਆਇੰਟ ਹੈਗੇ ਨੇ ਹੱਥਾਂ ਦੇ ਵਿੱਚ ਵੀ ਨੇ, ਆਪਣੀ ਸਾਰੀ ਬੋਡੀ ਦੇ ਵਿੱਚ ਪੁਆਇੰਟ ਹੈਗੇ ਨੇ, ਸਿਰ ਦੇ ਵਿੱਚ ਵੀ ਪੁਆਇੰਟ ਹੈਗੇ ਨੇ। ਲਾਸਟ ਸੰਡੇ ਇੱਥੇ ਆਪਣੇ ਆਏ ਸੀਗੇ ਆਪਣੇ ਕਰਨ ਹੋਸ, ਉਹਨਾਂ ਨੇ ਜਿੱਦਾਂ ਵੀ ਜਿਹੜੇ ਪੁਆਇੰਟ ਸੀਗੇ ਉਹ ਦੱਬੇ, ਬੜੀ ਰਿਲੈਕਸੇਸ਼ਨ ਮਿਲਦੀ ਹੈਗੀ ਆ, ਬੰਦਾ ਬਹੁਤ ਰਿਲੈਕਸ ਹੁੰਦਾ ਉਹ ਚੀਜ਼ਾਂ ਦੇ ਨਾਲ। ਪੈਰਾਂ ਦੇ ਵਿੱਚ ਨੇ ਪੁਆਇੰਟ ਆ, ਤੇ ਨਾਲ ਤਾਂ ਸਭ ਹੋਰ ਵੀ ਆ ਜਿਹੜੇ ਹੱਥ ਨੇ, ਆਪਾਂ ਕਿ ਨਾ ਹੱਥਾਂ ਜ਼ੋਰ ਨਾਲ ਤਾੜੀ ਮਾਰਦੇ ਆ, ਜ਼ੋਰ ਨਾਲ 20-25 ਵਾਰੀ ਜਦੋਂ ਤਾੜੀ ਮਾਰੋ, ਹੱਥ ਤੁਹਾਡੇ ਲਾਲ ਹੋ ਜਾਂਦੇ ਨੇ। ਜਿਹੜੇ ਇਹਦੇ ਪੁਆਇੰਟ ਨੇ ਨਾ ਤੁਹਾਡੇ ਦਿਮਾਗ ਦੇ ਵਿੱਚ, ਤੁਹਾਨੂੰ ਸਾਰੀ ਬੋਡੀ ਨੂੰ ਜਿਹੜੀ ਹੈ એનર્ਜੀ ਜਿਹੜੀ ਜਨਰੇਟ ਕਰਦੇ ਨੇ। ਕਿਉਂਕਿ ਇਹ ਚੀਜ਼ਾਂ ਦੇ ਜੇ ਆਪਾਂ ਕਿ ਨਾ ਮੈਡੀਕਲ ਜਿਹੜੀ ਅੰਗਰੇਜ਼ੀ ਦਵਾਈਆਂ ਤੋਂ ਛੁਟਕਾਰਾ ਪਾਉਣਾ ਹੈਗਾ, ਤੇ ਆਪਾਂ ਨੂੰ ਜਿਹੜੇ ਦੇਸੀ ਇਲਾਜ, ਦੇਸੀ ਖਾਣਾ ਪੀਣਾ, ਦੇਸੀ ਬਰਤਨ ਨੇ, ਜਿਹੜੇ ਕੱਚੇ ਬਰਤਨ ਹੈਗੇ ਨੇ, ਉਹਨਾਂ ਦੀ ਵਰਤੋਂ ਜਿਹੜੀ ਕਰਨੀ ਚਾਹੀਦੀ ਹੈ। ਫੇਰ ਨਹੀਂ ਤਾਂ ਡਾਕਟਰਾਂ ਦੇ ਜਾ ਕੇ ਦੇਖੋ ਜੀ, ਹਸਪੀਟਲ ਭਰੇ ਪਏ ਨੇ ਸਾਪਰ ਸਾਹਿਬ, ਬਿਲਕੁਲ ਭਰੇ। ਜਿਹੜੇ ਮਰਜੀ ਹਸਪੀਟਲ ਵਿੱਚ ਚਲੇ ਜਾਵੋ, ਬਰੈਂਪਟਨ ਦੇ ਵਿੱਚ 2 ਹਸਪੀਟਲ ਖੁੱਲੇ ਹੋਏ ਨੇ, ਦੋਨੇ ਵਾਰੀ ਨਹੀਂ ਹੁੰਦੀ ਜੀ ਉੱਥੇ, ਵਾਰੀ ਨਹੀਂ ਹੁੰਦੀ। ਇਟੋਬੀਕੋ ਚਲੇ ਜਾਵੋ, ਤੁਸੀਂ ਜੌਰਜਟਾਊਨ ਚਲੇ ਜਾਵੋ, ਮਤਲਬ ਜਿਹੜੇ ਵੀ ਹਸਪੀਟਲ ਦੇ ਵਿੱਚ ਚਲੇ ਜਾਵੋ, ਉੱਥੇ ਕਿਸੇ ਦਾ ਕੋਈ ਸਿਰ ਦੁਖਦਾ, ਕਿਸੇ ਨੂੰ ਕੋਈ ਡਾਇਬੀਟੀਜ਼ ਹੈਗੀ ਆ, ਕਿਸੇ ਨੂੰ ਕੋਈ ਹੋਰ ਬਿਮਾਰੀ ਹੈਗੀ ਆ। ਕੀ ਅਸੀਂ ਦੇਸੀ ਚੀਜ਼ਾਂ ਜਿਹੜੀਆਂ ਸਾਡਾ ਖਾਣਾ ਪੀਣੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੱਕ ਨਿਗਾਰ ਆ ਚੁੱਕਿਆ ਹੈਗਾ, ਮੈਂ ਕਹੂੰਗਾ ਜਿਹੜੀਆਂ ਅਸੀਂ ਫਰੋਜ਼ਨ ਚੀਜ਼ਾਂ ਖਾਂਦੇ ਆ, ਮੈਕਰੋ ਦੇ ਵਿੱਚ ਚੀਜ਼ਾਂ ਬਾਰ-ਬਾਰ ਗਰਮ ਕਰਕੇ ਉਸ ਨੂੰ ਜਿਹੜੀ ਖਾਂਦੇ ਆ, ਉਹ ਸਿੱਧਾ ਜਿਹੜਾ ਹੈਗਾ ਮੈਕਰੋਵੇਵ ਕਿੰਨਾ ਕੁ ਫਾਇਦਾ ਹੈਗਾ, ਸਿਰਫ ਅਸੀਂ ਆਪਣੀ ਟਾਈਮ ਸੇਵਿੰਗ ਵਾਸਤੇ ਉਹ ਚੀਜ਼ਾਂ ਵਿੱਚ ਗਰਮ ਕਰ ਲੈਂਦੇ ਹਾਂ। ਬਿਲਕੁਲ ਕੁਲਦੀਪ, ਜ਼ਿੰਦਗੀ ਨੂੰ ਬੜਾ ਤੇਜ਼ ਤਰਾਰ ਅਸੀਂ ਮੰਨ ਕੇ ਚੱਲ ਰਹੇ ਹਾਂ, ਜ਼ਿੰਦਗੀ ਇੰਨੀ ਕੁ ਫਾਸਟ ਕਰ ਲਈ ਆ, ਉਹ ਸਾਰਾ ਕੁਝ ਫਾਸਟ ਹੋ ਜਾਂਦਾ ਆ, ਤੇ ਅਸੀਂ ਆਪਣੀ ਲਾਈਫ ਨੂੰ ਵੀ ਉਨੀ ਜਲਦੀ ਫਾਸਟ ਜਿਹੜਾ ਉਹ ਖਤਮ ਕਰੀ ਜਾ ਰਹੇ ਹਾਂ। ਔਰ ਅੱਜ ਦਾ ਜਿਹੜਾ ਟੌਪਿਕ ਸਾਡਾ ਹੈਗਾ ਆ ਕਿ ਅਸੀਂ ਨੰਗੇ ਪੈਰੀ ਜਿਹੜਾ ਅਸੀਂ ਤੁਰਨਾ ਕਿਉਂ ਜ਼ਰੂਰੀ ਹੈਗਾ ਆ, ਉਹਦੇ ਵਿੱਚ ਅਸੀਂ ਪੁਆਇੰਟ ਡਿਸਕਸ ਕੀਤੇ ਆ। ਇੱਕ ਆਕੂ ਪ੍ਰੈਸ਼ਰ ਦੀ ਗੱਲ ਕਰ ਲਈਏ, ਜਾਂ ਅਸੀਂ ਅਰਥਿਕ ਜਿਹੜੀ ਗਰਾਊਂਡਿੰਗ ਆ। ਅੱਛਾ, ਹੁਣ ਇਹਦੇ ਫਾਇਦੇ ਬੜੇ ਨੇ ਜੀ। ਹਾਂ, ਫਾਇਦੇ ਦੱਸੋ। ਤੇ ਹੁਣ ਤੇ ਨੰਗੇ ਪੈਰੀ ਤੁਰਨ ਤੇ ਨਾਲ ਜਿਹੜਾ ਟ੍ਰੇਲ ਦੇ ਉੱਤੇ ਤੁਰਨ ਦੇ ਕੀ ਫਾਇਦੇ ਨੇ, ਇਹ ਤਾਂ ਆਪਾਂ ਜਿਹੜੀ ਡਿਸਕਸ ਸਾਰੀ ਕਰ ਲਈ। ਬਿਲਕੁਲ ਜੀ। ਔਰ ਦੇਖੋ, ਘਾਹ ਤੇ ਤੁਰ ਲਓ, ਕਿਉਂਕਿ ਉਹ ਜਿਹੜੀ ਠੰਡਕ ਮਹਿਸੂਸ ਹੁੰਦੀ ਹੈ ਤੁਹਾਡੇ ਦਿਮਾਗ ਵਾਸਤੇ ਬਹੁਤ ਚੰਗੀ ਗੱਲ ਆ। ਤੁਹਾਨੂੰ ਰਾਤ ਨੂੰ ਨੀਂਦ ਬਹੁਤ ਸੋਹਣੀ ਆਊਗੀ। ਤੁਸੀਂ 1 ਮਹੀਨਾ ਘਾਹ ਦੇ ਉੱਤੇ ਤੁਰ ਲਓ, 15 ਮਿੰਟ ਲਾਓ ਸਵੇਰ ਨੂੰ, ਜਿੱਦਾਂ ਆਪਣੇ ਹੁੰਦੇ ਨੇ ਆਪਾਂ ਰੋਟੀ 15 ਮਿੰਟ ਖਾ ਲਈਏ ਤਾਂ ਸਾਰਾ ਦਿਨ ਸਾਨੂੰ ਤਾਕਤ ਦਿੰਦੀ ਆ, ਏਦਾਂ ਹੀ ਤੁਹਾਡੇ ਪੂਰੇ ਸਰੀਰ ਨੂੰ ਤੁਸੀਂ 10-15 ਮਿੰਟ ਵੀ ਰੋਜ਼ ਇੱਕ ਸਕੈਜੂਲ ਬਣਾ ਕੇ ਘਾਹ ਦੇ ਉੱਤੇ ਤੁਰੋ। ਤੇ ਯਕੀਨ ਕਰਿਓ, ਸਾਨੂੰ ਤੁਸੀਂ ਕਮੈਂਟ ਕਰਿਓ ਇਸੇ ਸਾਡੇ ਵੀਡੀਓ ਤੇ 1 ਮਹੀਨੇ ਬਾਅਦ, ਜੇ ਅਗਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਜਿਸ ਤਰ੍ਹਾਂ ਮੈਂ ਗੱਲ ਕਰਿਆ, ਮੈਂਟਲੀ ਤੌਰ ਤੇ ਅੱਜ ਕੱਲ੍ਹ ਲੋਕ ਬੜੇ ਪਰੇਸ਼ਾਨ ਨੇ। ਉਹ ਜਿਹੜਾ ਸਟ੍ਰੈਸ ਆ, ਉਹ ਜਿਹੜੀ ਤੁਹਾਨੂੰ ਨੀਂਦ ਰਾਤ ਨੂੰ ਬਹੁਤ ਸੋਹਣੀ ਆਊਗੀ, ਜਿਹੜੇ ਲੋਕ ਅਰਥਿੰਗ ਦਿੰਦੇ ਨੇ, ਪੈਦਲ ਚੱਲ ਕੇ ਤੁਰਦੇ ਨੇ, ਹਨਾ। ਦੂਸਰੀ ਗੱਲ, ਔਰ ਇਹਦੇ ਤੇ ਹਲੇ ਕੁਲਦੀਪ ਬਹੁਤ ਵੱਡੀ ਖੋਜ ਜਿਹੜੀ ਆ ਹੋ ਰਹੀ ਆ। ਸੋ ਕਈ ਗੱਲਾਂ, ਕਿਉਂਕਿ ਆਹ ਪੁਆਇੰਟ ਮੈਂ ਇਸ ਕਰਕੇ ਵੀ ਬੜੇ ਕੌਨਫੀਡੈਂਸ ਨਾਲ ਕਰ ਸਕਦਾ, ਕਿਉਂਕਿ ਮੈਂ ਖੁਦ ਇਲੈਕਟ੍ਰੀਕਲ ਇੰਜੀਨੀਅਰ ਹੈਗਾ ਆ। ਇਹਦੇ ਨਾਲ ਤੁਹਾਨੂੰ ਜਿਹੜਾ ਕਾਰਡੀਓਵੈਸਕੂਲਰ ਜਿਹੜੇ ਸਾਡੇ ਦਿਲ ਦੀਆਂ ਬਿਮਾਰੀਆਂ ਨੇ, ਉਹਦੇ ਤੇ ਬੜੀ ਵੱਡੀ ਕਹਿੰਦੇ ਕਿ ਫਾਇਦਾ ਹੋ ਰਿਹਾ ਹੈ। ਇਹਦੇ ਤੇ ਬੜੀ ਹਲੇ ਤਕੜੀ ਰਿਸਰਚ ਚੱਲ ਰਹੀ ਆ। ਤੁਹਾਡੇ ਜਿਹੜੇ ਜੁਆਇੰਟ ਨੇ, ਜਿਹੜਾ ਮਸਲ ਪੇਨ ਹੈਗੀ ਆ, ਸਭ ਤੋਂ ਵਧੀਆ ਇਲਾਜ ਇਸ ਵਕਤ ਅਰਥਿੰਗ ਗਰਾਊਂਡਿੰਗ ਭਾਵ ਨੰਗੇ ਪੈਰੀ ਚੱਲਣ ਦਾ ਹੈ। ਕੀ ਬਾਤ ਹੈ ਜੀ। ਵਾਕਈ ਤੁਸੀਂ ਵੀ ਜੇ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ
ਤੇ ਜਰੂਰ ਤੁਸੀਂ, ਕਿਉਂਕਿ ਆਹੀ ਸਾਡੇ ਕੋਲ ਅਕਤੂਬਰ ਨਵੰਬਰ ਤੱਕ ਹੈਗਾ ਟਾਈਮ, ਇਹਦਾ ਵੱਧ ਤੋਂ ਵੱਧ ਫਾਇਦਾ ਲਵੋ। ਮੁੜ ਕੇ ਫਿਰ ਜਿਹੜੀ ਗਾਂ ਠੰਡ ਹੋ ਜਾਣੀ ਆ, ਸਨੋ ਪੈ ਜਾਣੀ ਆ, ਫਿਰ ਸਾਤੋਂ ਘਾਹ ਸਾਡੇ ਹੱਥੋਂ ਜਿਹੜਾ ਖੁਸਕ ਜਾਣਾ ਹੈਗਾ, ਟਾਈਮ ਜਿਹੜਾ ਚਲੇ ਜਾਣਾ। ਮੁੜ ਕੇ ਫਿਰ 5-6 ਮਹੀਨਿਆਂ ਬਾਅਦ ਜਾ ਕੇ ਮਈ ਜੂਨ ਦੇ ਵਿੱਚ ਜਾ ਕੇ ਫਿਰ ਕਿਤੇ ਸ਼ੁਰੂ ਹੁੰਦਾ ਹੈਗਾ ਥੱਪੜ ਸਾਹਿਬ। ਕਿਉਂਕਿ ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ, ਚਲੋ ਪੰਜਾਬ ਦੇ ਵਿੱਚ ਹੋਈ ਵੱਖਰੀ ਗੱਲ ਆ, ਉੱਥੇ ਤਾਂ ਆਲਵੇਜ਼ ਘਰ ਰਹਿੰਦੇ ਨੇ ਜੀ, ਪਰ ਇੱਥੇ ਸਾਨੂੰ ਜਿਹੜਾ 5-4 ਮਹੀਨੇ ਦਾ ਹੈਗਾ ਫਾਇਦਾ ਲੈਣਾ ਚਾਹੀਦਾ। ਜੇ ਅਸੀਂ ਡਾਕਟਰਾਂ ਤੋਂ ਛੁਟਕਾਰਾ ਪਾਉਣਾ ਹੈਗਾ, ਅਸੀਂ ਦੇਸੀ ਇਲਾਜ ਤੌਰ ਤਰੀਕੇ ਵਰਤੇ, ਤਾਂ ਹੀ ਅਸੀਂ ਜਿਹੜਾ ਘਾਹ ਦੇ ਤੁਰਨ ਦੇ ਤੇ ਨੰਗੇ ਪੈਰ ਤੁਰਨ ਦੇ, ਜਿਹੜਾ ਤਰੇਲ ਦੇ ਤੁਰਨ ਦੇ ਕੀ ਫਾਇਦੇ ਨੇ, ਉਹ ਵੀ ਇੱਕ ਵਾਰੀ ਤੁਸੀਂ ਆਲਰੇਡੀ ਦੱਸਿਆ ਵੀ ਤੁਹਾਨੂੰ ਜਿਹੜੀ ਠੰਡਕ ਪੈਂਦੀ ਹੈਗੀ ਆ। ਡਾਇਬੀਟੀਜ਼, ਕਈ ਲੋਕੀ ਡਰਦੇ ਨੇ ਥੱਪੜ ਸਾਹਿਬ, ਜਿਨ੍ਹਾਂ ਨੂੰ ਡਾਇਬੀਟੀਜ਼ ਹੁੰਦੀ ਹੈ ਜਾਂ ਸ਼ੂਗਰ ਵਗੈਰਾ ਜਾਂ ਹੋਰ ਕੁਝ ਹੁੰਦਾ ਹੈਗਾ, ਵੀ ਕਿਤੇ ਸਾਡੇ ਪੈਰ ਤੇ ਕੋਈ ਸੱਟ ਨਾ ਲੱਗ ਜਾਵੇ, ਫਿਰ ਉਹ ਜਿਹਨੂੰ ਡਾਇਬੀਟੀਜ਼ ਹੁੰਦੀ ਆ ਤੇ ਫਿਰ ਆਰਾਮ ਨਹੀਂ ਉਹਨਾਂ ਨੂੰ ਛੇਤੀ ਆਉਂਦਾ। ਬਹੁਤ ਸੋਹਣਾ ਕੁਐਸਚਨ ਕੀਤਾ ਇਹ ਕੁਲਦੀਪ ਤੁਸੀਂ, ਕਿ ਇਹ ਗੱਲ ਬਿਲਕੁਲ ਠੀਕ ਹੈ। ਜਿੰਨੇ ਸਾਡੇ ਸਰੋਤੇ ਸੀਨੀਅਰ ਵਾਚ ਕਰ ਰਹੇ, ਜਾਂ ਫਿਰ ਉਹ ਲੋਕ ਜਿਨ੍ਹਾਂ ਨੂੰ ਮਿਡਲ ਏਜ ਵਿੱਚ ਜਾਂ ਅਰਲੀ ਏਜ ਦੇ ਵਿੱਚ ਡਾਇਬੀਟੀਜ਼ ਹੋ ਗਈ ਆ, ਉਹਨਾਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ। ਉਹਨਾਂ ਦੇ ਕਈ ਵਾਰੀ ਪੈਰ ਤੇ ਸੱਟ ਲੱਗੀ ਹੋਈ ਬਜ਼ੁਰਗਾਂ ਦੇ ਜਿਹੜਾ ਜੀ ਉਹ ਠੀਕ ਨਹੀਂ ਹੁੰਦੇ, ਐਂਪੂਟੇਸ਼ਨ ਜਿਹੜਾ ਕਈ ਵਾਰੀ ਅੰਗ ਵੀ ਕਈ ਵਾਰੀ ਡਾਇਬੀਟੀਜ਼ ਦੇ ਕੱਟਣੇ ਪੈਂਦੇ ਆ। ਸੋ ਉਹਨਾਂ ਵਾਸਤੇ ਖਾਸ ਧਿਆਨ ਰੱਖਣ ਦੀ ਲੋੜ ਹੈਗੀ ਆ। ਇਹਦੇ ਵਾਸਤੇ ਕੁਲਦੀਪ ਆਪਾਂ ਆਉਣ ਵਾਲੇ ਦਿਨਾਂ ਦੇ ਆਪਣੇ ਪ੍ਰੋਗਰਾਮ ਦੇ ਜਰੀਏ ਮੈਂ ਇੱਕ ਜੰਤਰ ਤੇ ਕੰਮ ਕਰ ਰਿਹਾ ਜੀ, ਔਰ ਜੰਤਰ ਤਿਆਰ ਕਰਾਂਗੇ। ਮੈਂ ਤੁਹਾਨੂੰ ਆਈਡੀਆ ਦੇ ਦਿੰਦਾ, ਇੱਕ ਮੈਟਲ ਪਲੇਟ ਜਿਹੜੀ ਆ ਉਹ ਬਕਾਇਦਾ ਐਜ਼ ਏ ਪਿਓਰ ਗਰਾਊਂਡਡ, ਜਿਹਨੂੰ ਮੈਂ ਆਈਸੋਲੇਟਡ ਗਰਾਊਂਡ ਕਹੂੰਗਾ, ਉਹਦੇ ਤੇ ਇੱਕ ਪ੍ਰੋਜੈਕਟ ਤੇ ਮੈਂ ਕੰਮ ਕਰ ਰਿਹਾ ਹੈਗਾ ਆ। ਸੋ ਜਿਹੜੀ ਤੁਹਾਨੂੰ ਅਸੀਂ ਬਣਾ ਕੇ ਦੇਵਾਂਗੇ ਤੇ ਤੁਸੀਂ ਆਪਣੇ ਪੈਰਾਂ ਨੂੰ, ਹੱਥਾਂ ਨੂੰ ਜਿਹੜੀ ਅਰਥਿੰਗ ਆ, ਗਰਾਊਂਡਿੰਗ ਆ, ਬੈਠੇ ਆਪਣੇ ਤੁਸੀਂ ਦੇ ਸਕਦੇ ਹੋ, ਘਰ ਦੇ ਵਿੱਚ ਵੀ, ਦਫ਼ਤਰ ਦੇ ਵਿੱਚ। ਹਾਲਾਂਕਿ ਜਿਹੜੇ ਇੱਕ ਗਰਾਊਂਡਿੰਗ ਮੈਟ ਹੈਗੇ ਆ, ਮੈਂ ਉਹਨਾਂ ਤੇ ਇੰਨਾ ਰਿਲਾਇਬਲ ਨਹੀਂ ਹੈਗਾ ਜੀ, ਮਾਰਕੀਟ 'ਚ ਮਿਲਦੇ ਨੇ, ਤੁਸੀਂ ਸਰਚ ਕਰ ਲਓ, ਗਰਾਊਂਡਿੰਗ ਮੈਟ ਕਰਕੇ ਆਉਂਦੇ ਨੇ। ਉਹਦੇ ਨਾਲੋਂ ਇੱਕ ਵੱਖਰੇ ਤਰੀਕੇ ਦੇ ਨਾਲ ਅਸੀਂ ਜਿਹੜਾ ਆ ਉਹ ਇੱਕ ਤਿਆਰ ਕਰਨ ਜਾ ਰਹੇ ਹਾਂ, ਕਿਉਂਕਿ ਜਿਹੜੇ ਗਰਾਊਂਡਿੰਗ ਮੈਟ ਨੇ ਉਹ ਇਲੈਕਟ੍ਰੀਕਲ ਪਲੱਗ ਦੇ ਵਿੱਚ ਲਾਉਂਦੇ ਨੇ। ਇਲੈਕਟ੍ਰੀਕਲ ਪਲੱਗ ਦੇ ਵਿੱਚ ਕਈ ਵਾਰੀ ਜਿਹੜਾ ਆ ਉਹ ਸ਼ਾਰਟ ਸਰਕਟ ਹੁੰਦਾ ਆ, ਪਰ ਇੱਕ ਜਿਹੜਾ ਗਰਾਊਂਡਿੰਗ ਮੈਟਲ ਪੀਸ ਹੋਊਗਾ ਉਹ ਬਕਾਇਦਾ ਤੌਰ ਦੇ ਉੱਤੇ ਡਾਇਰੈਕਟਲੀ ਜਿਹੜਾ ਆ ਉਹਨੂੰ ਗਰਾਊਂਡਿੰਗ ਦਿੱਤੀ ਜਾਊਗੀ। ਸੋ ਇਹਦੇ ਤੇ ਕੰਮ ਕੀਤਾ ਜਾ ਰਿਹਾ ਹੈਗਾ। ਸੋ ਅਗਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਇਸ ਚੀਜ਼ ਨੂੰ ਵੀ ਆਪਾਂ ਜਿਹੜਾ ਬੜੀ ਜਲਦੀ ਲੈ ਕੇ ਅੱਗੇ ਆਵਾਂਗੇ ਜੀ। ਵਾਕਈ ਥੱਪੜ ਸਾਹਿਬ, ਤੁਸੀਂ ਆਲਰੇਡੀ ਇਹ ਚੀਜ਼ਾਂ ਦੇ, ਹੁਣ ਜਿੱਦਾਂ ਤੁਸੀਂ ਵੀ ਕਾਫੀ ਸਵੇਰੇ ਉੱਠ ਕੇ ਵਾਕ ਕਰਦੇ ਹੋ, ਨੰਗੇ ਪੈਰ ਜਾਂਦੇ ਹੋ ਤੇ ਘਾਹ ਦੇ ਉੱਤੇ ਤੁਸੀਂ ਤੁਰਦੇ ਹੈਗੇ ਹੋ। ਬਿਲਕੁਲ ਜੀ, ਕਿਉਂਕਿ ਇਹ ਨਹੀਂ ਗਾ ਅਸੀਂ ਕੋਈ ਮਤਲਬ ਦੂਜੇ ਲੋਟ ਪੜ ਕੇ, ਕਿਉਂਕਿ ਇਹ ਥੱਪੜ ਸਾਹਿਬ ਆਪ ਪ੍ਰੈਕਟੀਕਲੀ ਇਹ ਕੁਝ ਚੀਜ਼ਾਂ ਦੇ ਉੱਤੇ ਵਰਕਆਊਟ ਕਰ ਰਹੇ ਨੇ, ਤੇ ਤੁਹਾਨੂੰ ਇਹਨਾਂ ਨੂੰ ਫਾਇਦੇ ਹੋ ਰਹੇ ਨੇ। ਕਿਉਂਕਿ ਜਿੱਦਾਂ ਇਹਨਾਂ ਨੇ ਦੱਸਿਆ ਹੈਗਾ ਵੀ ਬੜੇ ਲੰਬੇ ਸਮੇਂ ਤੋਂ ਹੁਣ ਪੜ੍ਹ ਕੇ ਐਕਸਪੀਰੀਅੰਸ ਕਰਕੇ ਫਿਰ ਹੀ ਜਿਹੜਾ ਹੈਗਾ ਤੁਹਾਡਾ ਪ੍ਰੈਕਟੀਕਲੀ ਜਿਹੜਾ ਦੱਸਦੇ ਨੇ ਵੀ ਆਹ ਚੀਜ਼ਾਂ ਤੋਂ ਸਾਨੂੰ ਜਿਹੜੇ ਫਾਇਦੇ ਹੋ ਸਕਦੇ ਨੇ। ਤੁਸੀਂ ਵੀ ਇਹ ਚੀਜ਼ਾਂ ਤੋਂ ਫਾਇਦੇ ਲੈਣੇ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਵੀ ਜਿਹੜਾ ਸਾਡਾ ਮਤਲਬ ਦੇਖੋ ਜੀ, ਜੇ ਆਪਣੇ ਕੋਲ ਪਲੇਟਫਾਰਮ ਹੈਗਾ ਟੀਵੀ ਰੇਡੀਓ ਜਰੀਏ ਇਸ ਲੋਕਾਂ ਦਾ ਫਾਇਦਾ ਹੋ ਸਕਦਾ, ਜੋ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ। ਇਹ ਨਹੀਂ ਕਿ ਅਸੀਂ ਵੀ ਗੱਪਾਂ ਛੱਪਾਂ ਮਾਰ ਕੇ ਗੱਲਾਂ ਬਾਤਾਂ ਕਰਕੇ ਉਰਲੀਆਂ ਪਾਰਲੀਆਂ ਅਸੀਂ ਵੀ ਘੰਟਾ 2 ਘੰਟੇ ਪੂਰਾ ਕਰਕੇ ਚਲੇ ਜਾਈਏ, ਪਰ ਸਾਡਾ ਮਕਸਦ ਹੁੰਦਾ ਹੈਗਾ ਵੀ ਤੁਹਾਨੂੰ ਜਿਹੜਾ ਕੋਈ ਚੀਜ਼ਾਂ ਦਾ ਜਿਹੜਾ ਫਾਇਦਾ ਹੋ ਸਕੇ ਸਾਡੇ ਦਰਸ਼ਕਾਂ ਨੂੰ, ਸਾਡੇ ਵਿਊਅਰ ਨੂੰ, ਜਿੰਨੇ, ਕਿਉਂਕਿ ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਸਾਨੂੰ ਕਾਲਾਂ ਆਉਂਦੀਆਂ ਨੇ, ਲੋਕੀ ਵਾਚ ਕਰਦੇ ਨੇ, ਕਿਉਂਕਿ ਅਸੀਂ ਜਿਹੜੀ ਹੈਗੀ ਆ ਕੁਆਲਿਟੀ ਦਾ ਪ੍ਰੋਗਰਾਮ ਪੇਸ਼ ਤੁਹਾਡੇ ਨਾਲ ਕਰਦੇ ਹੈਗੇ ਆ ਜੀ। ਹੁਣ ਗੱਲ ਕਰੀਏ, ਅਕਸਰ ਖੇਤਾਂ ਦੇ ਵਿੱਚ ਤਾਂ ਆਪਾਂ ਗੱਲ ਕੀਤੀ ਨੰਗੇ ਪੈਰੀ ਲੋਕੀ ਕੱਦੂ ਕਰਦੇ ਸੀ, ਨੰਗੀ ਪੈਰੀ ਤੁਰਦੇ ਹੁੰਦੇ ਸੀਗੇ, ਉੱਥੇ ਵੀ ਕੋਈ ਸੱਟ ਸੁੱਟ ਨਹੀਂ ਲੱਗਦੀ ਹੁੰਦੀ ਸੀ ਪੈਰਾਂ ਦੇ ਵਿੱਚ, ਕਿਉਂਕਿ ਲੋਕੀ ਵਧੀਆ ਤੰਦਰੁਸਤ ਹੁੰਦੇ ਸੀਗੇ। ਤੇ ਨਾਲ ਦੀ ਨਾਲ ਗੱਲ ਕਰੀਏ ਜਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ, ਇਹਦੇ ਤੇ ਬਹੁਤ ਜ਼ਿਆਦਾ ਬਿਮਾਰੀਆਂ ਨੇ ਜੀ ਕੁਲਦੀਪ, ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਆ? ਤੁਸੀਂ ਯਕੀਨ ਕਰਿਓ, ਇਹਦੇ ਵਿੱਚ ਮੈਂ ਨਾ ਜਿਸ ਤਰ੍ਹਾਂ ਤੁਸੀਂ ਕੀਤਾ ਕਿ ਅਸੀਂ ਜਿਹੜੀ ਵੀ ਗੱਲਬਾਤ ਕਰਦੇ ਆ, ਪਹਿਲਾਂ ਮੈਂ ਆਪਣੇ ਆਪ ਤੇ ਉਸ ਨੂੰ ਤਜਰਬਾ ਕਰਦਾ, ਉਹਨੂੰ ਮਹਿਸੂਸ ਕਰਦਾ, ਇੰਪਲੀਮੈਂਟ ਕਰਦਾ ਆ। ਮੇਰੀਆਂ ਲੱਤਾਂ ਦੁਖਦੀਆਂ ਹੁੰਦੀਆਂ ਸੀਗੀਆਂ ਕਿਤੇ ਹੈ ਨਾ ਇਦਾਂ, ਤੇ ਜਿੱਦਣ ਦਾ ਹੁਣ ਤਕਰੀਬਨ ਅਸੀਂ 2-2.5 ਮਹੀਨੇ ਤੋਂ ਲਗਾਤਾਰ ਇਸ ਨੂੰ ਜਿਹੜਾ ਨੰਗੇ ਪੈਰੀ ਤੁਰਨਾ ਸ਼ੁਰੂ ਕੀਤਾ, ਪਾਵਰ ਇੰਨੀ ਕੁ એનર્ਜੀ ਤੁਹਾਡੇ ਵਿੱਚ ਰਹਿੰਦੀ ਆ ਹੈਨਾ ਕਿ ਤੁਸੀਂ ਸਾਰਾ ਦਿਨ ਬੜਾ ਲਾਈਟ ਮਹਿਸੂਸ ਕਰਦੇ ਹੋ ਜੀ। ਠੀਕ ਹੈ। ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੇ ਅਥਰਾਈਟਿਸ ਹੈਗੇ, ਅਥਰਾਈਟਿਸ ਤੋਂ ਬਹੁਤ ਜ਼ਿਆਦਾ ਫਾਇਦਾ ਜਿਹੜਾ ਆ ਗਰਾਊਂਡਿੰਗ ਦੇ ਨਾਲ, ਨੰਗੇ ਪੈਰੀ ਤੁਰਨ ਦੇ ਨਾਲ ਬੰਦੇ ਨੂੰ ਹੁੰਦਾ ਆ ਜੀ। ਠੀਕ ਹੈ। ਹੁਣ ਹਾਰਟ ਦਾ ਜਿਨ੍ਹਾਂ ਨੂੰ ਇਸ਼ੂ ਆ ਉਹਨਾਂ ਨੂੰ ਵੀ, ਔਰ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਆ, ਨੰਗੇ ਪੈਰੀ ਸਵੇਰੇ ਤੁਰਨ ਨਾਲ ਘਾਹ ਦੇ ਤਰੇਲ ਦੇ ਉੱਤੇ, ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਹੜਾ ਆ ਉਹ ਲੋ ਹੋ ਜਾਂਦਾ ਹੈ। ਕੀ ਬਾਤ ਹੈ ਜੀ। ਜੇ ਤੁਸੀਂ ਗੋਲੀ ਛੱਡਣੀ ਚਾਹੁੰਦੇ ਹੋ ਨੈਚੁਰਲ ਤਰੀਕੇ ਦੇ ਨਾਲ,
ਸਾਡੇ ਕੋਲ ਤੁਸੀਂ ਘਾਹ ਦੇ ਉੱਤੇ ਤੁਰੋ ਨੰਗੇ ਪੈਰੀ 15-20 ਮਿੰਟ ਆਪਣੇ ਵਾਸਤੇ ਤੁਸੀਂ ਕੱਢ ਸਕਦੇ ਹੋ। ਜੇ ਕੰਮ ਤੇ ਜਾਣਾ ਹੈਗਾ ਉਸ ਤੋਂ ਸਿਰਫ 15-20 ਮਿੰਟ ਤੁਸੀਂ ਪਹਿਲਾਂ ਉੱਠਣਾ, ਕੋਈ ਪਿੱਛੇ ਬੈਕਯਾਰਡ ਦੇ ਵਿੱਚ ਆ ਜਾਂ ਨੇੜੇ ਪਾਰਕ ਤਾਂ ਹੁੰਦੇ ਹੀ ਨੇ, ਤੇ ਉੱਥੇ ਤੁਸੀਂ 15-20 ਮਿੰਟ ਤੁਰ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਤੰਦਰੁਸਤ ਜਿਹੜਾ ਹੈਗਾ ਬਣਾ ਸਕਦੇ ਹੈਗੇ ਜੀ ਥਾਪਰ ਸਾਹਿਬ। ਬਿਲਕੁਲ ਜੀ, ਔਰ ਅਸੀਂ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਇਹ ਐਪੀਸੋਡ ਨੇ ਇਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ, ਜ਼ਰੂਰ ਤੁਸੀਂ ਫੀਡਬੈਕ ਦੇਣੀ ਆ। ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਚੇਂਜਸ ਕਰਨ ਦੀ ਜ਼ਰੂਰਤ ਹੈਗੀ ਉਹ ਵੀ ਦੱਸ ਸਕਦੇ ਹੋ। ਬਾਕੀ ਤੁਸੀਂ ਕਿਸ ਟੌਪਿਕ ਦੇ ਹੋਰ ਗੱਲਬਾਤ ਚਾਹੁੰਦੇ ਹੋ ਉਹ ਵੀ ਕਮੈਂਟ ਵਿੱਚ ਜ਼ਰੂਰ ਲਿਖਿਓ। ਅਸੀਂ ਉਹਦੇ ਤੇ ਪੂਰੀ ਰਿਸਰਚ ਕਰਕੇ ਹੀ ਟੌਪਿਕ ਲੈ ਕੇ ਆਵਾਂਗੇ, ਵਰਨਾ ਅਸੀਂ ਉਹ ਟੌਪਿਕ ਨਹੀਂ ਲੈ ਕੇ ਆਉਂਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਟੌਪਿਕ ਹਰ ਹਫਤੇ ਕੋਸ਼ਿਸ਼ ਕਰਾਂਗੇ ਕੁਲਦੀਪ ਆਪਾਂ ਕੋਈ ਨਾ ਕੋਈ ਟੌਪਿਕ ਜਿਹੜਾ ਆ ਉਹ ਅਸੀਂ ਲੈ ਕੇ ਆਈਏ ਪ੍ਰੋਗਰਾਮ ਬੈਕ ਟੂ ਬੇਸਿਕ ਦੇ ਉੱਤੇ। ਤੇ ਬਾਕੀ ਜਿਹੜੇ ਸਾਡੇ ਸਕਰੀਨ ਦੇ ਉੱਤੇ ਨੰਬਰ ਨੇ, ਇਹਨਾਂ ਨੰਬਰਾਂ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਹਾਂ ਜੀ, ਬਹੁਤ ਬਹੁਤ ਧੰਨਵਾਦ ਥਾਪਰ ਸਾਹਿਬ, ਤੁਸੀਂ ਆਏ ਤੇ ਜਿਹੜਾ ਆਪਣਾ ਸੈਕੰਡ ਐਪੀਸੋਡ ਸੀਗਾ, ਅੱਜ ਜਿਹੜਾ ਥਰਡ ਐਪੀਸੋਡ ਹੈਗਾ ਤੁਹਾਡੇ ਵਾਸਤੇ ਹੋਰ ਨੈਚੁਰਲ ਤਰੀਕੇ ਦੇ ਨਾਲ ਜਿਹੜੀਆਂ ਅਸੀਂ ਜੋ ਕਿ ਸਾਡੇ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਸੀ ਉਹ ਚੀਜ਼ਾਂ ਦੇ ਉੱਤੇ ਅਸੀਂ ਸਾਨੂੰ ਕੀ ਫਾਇਦੇ ਹੋ ਸਕਦੇ ਨੇ, ਸਾਨੂੰ ਕੀ ਲਾਭ ਨੇ, ਅਸੀਂ ਅੰਗਰੇਜ਼ੀਆਂ ਦਵਾਈਆਂ ਦਾ ਜਿਹੜਾ ਮੈਡੀਕਲਾਂ ਦਾ ਜਿਹੜਾ ਹੈਗਾ ਉਹਨਾਂ ਤੋਂ ਕਿੱਦਾਂ ਅਸੀਂ ਛੁਟਕਾਰਾ ਜਿਹੜਾ ਪਾ ਸਕਦੇ ਹਾਂ, ਅਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਲਾਈਫ ਨੂੰ ਖੁਸ਼ ਰਹਿ ਸਕਦੇ ਹੈਗੇ ਆ ਜੀ। ਤੇ ਥਾਪਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ, ਔਰ ਜਾਣ ਤੋਂ ਪਹਿਲਾਂ ਇੱਕ ਮੈਂ ਹੋਰ ਗੱਲ ਦੱਸ ਦਿੰਦਾ ਕਿ ਜੇਕਰ ਸ਼ੂ ਤੁਸੀਂ ਪਾਉਣੇ ਵੀ ਆ ਤੇ ਜਿਹੜੇ ਸ਼ੂ ਆ, ਬੂਟ ਨੇ, ਜੁੱਤੀਆਂ ਨੇ, ਉਹ ਕਦੇ ਵੀ ਘੁੱਟਵੀਂ ਨਾ ਪਾਇਓ, ਕਿਉਂਕਿ ਘੁੱਟਵੇਂ ਬੂਟ ਪਾਉਣ ਦੇ ਨਾਲ ਸਾਡੇ ਬਹੁਤ ਸਾਰੇ ਜਿਹੜੇ ਪੈਰ ਦੇ ਟਿਸ਼ੂ ਹੁੰਦੇ ਨੇ ਉਹ ਤੰਗ ਕਰਦੇ ਨੇ ਸਾਨੂੰ ਜੀ। ਉਹ ਮਾਸ ਵੀ ਇਕੱਠਾ ਹੋ ਜਾਂਦਾ ਕਈ ਵਾਰੀ ਜਦੋਂ ਤੁਸੀਂ ਇੱਕ ਲੰਬੇ ਸਮੇਂ ਵਾਸਤੇ ਅਸੀਂ ਟਾਈਟ ਸ਼ੂ ਪਾਉਂਦੇ ਆ। ਕੋਸ਼ਿਸ਼ ਕਰੋ ਬਿਨਾਂ ਅੱਡੀ ਤੋਂ ਤੇ ਫਲੈਟ ਜਿਹੜੇ ਪੈਰ ਵਾਲੇ ਜੁੱਤੀ ਹੁੰਦੀ ਆ ਸੋਲ ਵਾਲੇ ਉਹ ਸ਼ੂ ਪਾ ਜਾਣ। ਕੁਲਦੀਪ ਬਹੁਤ ਧੰਨਵਾਦ, ਮਿਹਰਬਾਨੀ ਜੀ, ਬਹੁਤ ਧੰਨਵਾਦ। ਅਸੀਂ ਲੈਣੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।